ਕੇਂਦਰ ਸਰਕਾਰ ਖੇਤੀਬਾੜੀ ਕਾਨੂੰਨ ਲੈ ਕੇ ਆਈ ਸੀ, ਜਿਸ ਤੋਂ ਬਾਅਦ ਕਿਸਾਨਾਂ ਨੇ ਅੰਦੋਲਨ ਕੀਤਾ। ਕੇਂਦਰ ਸਰਕਾਰ ਨੇ ਖੇਤੀਬਾੜੀ ਕਾਨੂੰਨ ਰੱਦ ਕੀਤੇ, ਪਰ ਹੁਣ ਫਿਰ ਚਰਚਾ ਚੱਲ ਪਈ ਹੈ ਕਿ ਖੇਤੀਬਾੜੀ ਕਾਨੂੰਨ ਫਿਰ ਤੋਂ ਲੈ ਕੇ ਆਏਗੀ ਸਰਕਾਰ। ਔਰ ਇਸ ਮਸਲੇ ਨੂੰ ਲੈ ਕੇ ਗੱਲਬਾਤ ਕਰਾਂਗੇ। ਬੀਜੇਪੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਸਾਡੇ ਨਾਲ ਨੇ। ਗਰੇਵਾਲ ਸਾਹਿਬ, ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਬੀਜੇਪੀ ਡਾਊਨ ਹੋਈ ਕਹਿੰਦੇ, ਔਰ ਉਸੇ ਨੂੰ ਲੈ ਕੇ ਅੰਦੋਲਨ ਚੱਲਿਆ, ਔਰ ਕਹਿੰਦੇ ਕਿ ਖੇਤੀਬਾੜੀ ਕਾਨੂੰਨ ਫਿਰ ਲਿਆ ਰਹੀ ਹੈ ਬੀਜੇਪੀ ਗਵਰਨਮੈਂਟ। ਨਹੀਂ, ਉਹ ਤਾਂ ਨੀਤੀ ਆਯੋਗ ਦੇ ਮੈਂਬਰ ਨੇ ਰਮੇਸ਼ ਜੀ, ਉਹਨਾਂ ਨੇ ਬਿਆਨ ਦਿੱਤਾ ਔਰ ਉਹਨਾਂ ਨੇ ਜੋ ਗੱਲਾਂ ਕਹੀਆਂ ਉਹ ਠੀਕ ਨੇ। ਉਹਨਾਂ ਨੇ ਕਿਹਾ ਸਟੇਟਾਂ ਨਾਲ ਸਲਾਹ ਕਰਕੇ ਰਾਜ ਸਰਕਾਰਾਂ ਨਾਲ ਇਹਨਾਂ ਕਾਨੂੰਨਾਂ ਦੀ ਜ਼ਰੂਰਤ ਹੈ। ਜੇ ਅੱਜ ਵਾਲੀ ਵਿਵਸਥਾ ਠੀਕ ਆ ਤੇ ਫਿਰ ਕਿਸਾਨ ਆਤਮ ਹੱਤਿਆ ਕਿਉਂ ਕਰਦਾ, ਸੁਸਾਈਡ ਕਿਉਂ ਕਰਦਾ। 2021-22 ਦਾ ਜਿਹੜੀ ਸਾਡੀ ਗਰੋਥ ਆ ਐਗਰੀਕਲਚਰ ਦੀ ਉਹ 3% ਆ। 3% ਨਾਲ ਕਿਸਾਨ ਜਿਹੜਾ ਸੁਖੀ ਰਹਿ ਸਕਦਾ, ਅਤੇ ਇਸ ਕਰਕੇ ਉਹਦੇ 'ਚ ਕੁਛ ਨਾ ਕੁਛ ਚੇਂਜਸ ਕਰਾਂਗੇ ਤਦ ਹੀ ਤਾਂ ਹੋਊਗਾ ਨਾ। ਪੰਜਾਬ ਦਾ ਜਿਹੜਾ ਪਾਣੀ ਆ, ਜ਼ਮੀਨ ਦਾ ਪਾਣੀ 8 ਸਾਲ ਦਾ ਰਹਿ ਗਿਆ, ਅਤੇ ਉਹ ਤਾਂ ਰਹਿਣ ਵਾਲੀ ਜਗ੍ਹਾ ਨਹੀਂ ਰਹਿਣੀ ਪੰਜਾਬ ਤਾਂ। ਅਤੇ ਇਸ ਕਰਕੇ ਉਹਦੇ ਲਈ ਵੀ ਹੁਣ ਤੋਂ ਸੋਚਣਾ ਪਊ। ਪ੍ਰਧਾਨ ਮੰਤਰੀ ਜੀ ਨੇ ਕਿਹਾ ਇਹਦੇ ਬਾਰੇ ਸੋਚੋ, ਕਿਸੇ ਕਿਸਾਨ ਲੀਡਰ ਨੇ ਅੱਜ ਤੱਕ ਕਿਹਾ ਨਹੀਂ। ਜ਼ਮੀਨ ਜ਼ਹਿਰੀਲੀ ਹੋ ਗਈ, ਕਹਿੰਦੇ ਅਸੀਂ ਇੰਨੀ ਕਣਕ ਪੈਦਾ ਕਰਦੇ ਹਾਂ। ਅੱਜ ਕਿਸਾਨ ਲੀਡਰ ਮੇਰੇ ਸਾਹਮਣੇ ਕਹਿ ਰਹੇ ਸੀ, ਅਰੇ ਭਲੇ ਮਾਨਸੋ, ਕਣਕ ਤਾਂ ਪੈਦਾ ਕਰਦੇ ਹੋ। ਅਰਬ ਕੰਟਰੀਜ਼ ਨੇ ਕੀ ਕਿਹਾ ਕਿ ਸਾਡੇ ਪਸ਼ੂਆਂ ਨੂੰ ਵੀ ਖਿਲਾਉਣ ਵਾਲਾ ਇਹ ਹੈ ਨਹੀਂ ਗਾ, ਬੈਨ ਕਰਤਾ। ਜ਼ਮੀਨ ਜ਼ਹਿਰੀਲੀ ਹੋ ਗਈ, ਖਾਣਾ ਵੀ ਜ਼ਹਿਰੀਲਾ ਹੋ ਗਿਆ। ਅਤੇ ਇਸ ਕਰਕੇ ਉਹਨੂੰ ਔਰਗੈਨਿਕ ਫਾਰਮਿੰਗ ਦੀ ਤਰਫ ਜਾਣਾ ਪੈਣਾ। ਲਾਗਤ ਖਰਚੇ ਵੱਧ ਰਹੇ ਆ, ਯੂਰੀਆ ਹੁਣ ਮਹਿੰਗਾ ਹੋਣ ਜਾ ਰਿਹਾ, ਪੈਟਰੋਲ ਡੀਜ਼ਲ ਮਹਿੰਗਾ ਹੋ ਰਿਹਾ, ਬਾਕੀ ਇਨਪੁਟਸ ਜਿਹੜੀਆਂ ਨੇ ਉਹ ਮਹਿੰਗੀਆਂ ਹੋ ਰਹੀਆਂ ਨੇ। ਲਾਗਤ ਖਰਚੇ ਵੱਧ ਜਾਣਗੇ ਤਾਂ ਕਿੱਥੋਂ ਲਾਭ ਵਾਲੀ ਖੇਤੀ ਹੋਊਗੀ, ਕਿੱਥੋਂ ਆਮਦਨ ਦੁੱਗਣੀ ਕਰੋਗੇ। ਹੁਣੇ ਕਹਿ ਰਹੇ ਸੀ, ਬਹੁਤ ਝੂਠ ਬੋਲਦੇ ਆ ਇਹ, ਸਰਵਣ ਸਿੰਘ ਪੰਧੇਰ ਕਹਿ ਰਹੇ ਸੀ ਕਿ ਭਾਈ ਮੋਦੀ ਜੀ ਨੇ ਵੀ ਕਿਹਾ, ਅਮਿਤ ਸ਼ਾਹ ਜੀ ਨੇ ਵੀ ਕਿਹਾ ਕਿ ਆਮਦਨ ਦੁੱਗਣੀ ਕਰਾਂਗੇ। ਮੈਂ ਕਿਹਾ ਕਾਨੂੰਨ ਤਾਂ ਲਾਗੂ ਨਹੀਂ ਹੋਣ ਤੇ ਜਿਹਦੇ ਨਾਲ ਦੁੱਗਣੀ ਹੋਣੀ ਸੀ, ਉਹ ਲਾਗੂ ਹੋਣਗੇ ਤਾਂ ਹੀ ਤਾਂ ਦੁੱਗਣੀ ਹੋਊਗੀ। ਅਤੇ ਇਹ ਬਿਨਾਂ ਸੋਚੇ ਸਮਝੇ ਗੱਲਾਂ ਕਰਦੇ ਨੇ। ਔਰ ਮੈਂ ਸਮਝਦਾ ਕਿ ਆ ਜਿਹੜਾ ਇੱਕ ਕਾਨੂੰਨ ਆ ਜਿਹਦੀ ਅਸੀਂ ਗੱਲ ਕਰਦੇ ਹਾਂ, ਐਸੈਂਸ਼ੀਅਲ ਕਮੋਡਿਟੀਜ਼ ਐਕਟ 2022, ਇਹ ਜਿਹੜਾ ਹੈਗਾ ਇਹ ਤਾਂ ਇਹਨਾਂ ਦਾ ਕਿਸਾਨਾਂ ਦਾ ਕੋਈ ਸੰਬੰਧ ਹੀ ਨਹੀਂ, ਟਰੇਡ ਐਂਡ ਕਮਰਸ ਦਾ ਸੰਬੰਧ ਆ। ਜਿਹੜੇ ਦੋ ਕਾਨੂੰਨ ਨੇ ਬਾਕੀ ਉਹਨਾਂ ਨਾਲ ਹੈ, ਠੀਕ ਹੈ। ਅਤੇ ਉਹ ਇਹ ਸਾਰੇ ਤਿੰਨਾਂ ਦਾ ਹੀ ਕਹਿੰਦੇ ਅਸੀਂ ਤਾਂ ਹੋਣ ਨਹੀਂ ਦੇਣੇ। ਹੁਣ ਤੁਸੀਂ ਦੇਖੋ ਕਿ ਜਿਹੜੇ ਅਡਾਨੀ ਦੇ ਸੈਲੋ ਵਾਲਾ ਜਿਹੜਾ ਹੈਗਾ, ਕਿਸਾਨਾਂ ਨੂੰ 3000 ਰੁਪਇਆ ਵੱਧ ਮਿਲਦਾ ਉਹਦਾ ਟਰਾਲੀ ਦਾ, ਅਤੇ ਉਹ ਕਹਿੰਦੇ ਅਸੀਂ ਉੱਥੇ ਹੀ ਵੇਚਣਾ। ਇਹ ਕਹਿੰਦੇ ਕਿ ਇਹਨਾਂ ਨੂੰ ਭਜਾਓ ਇੱਥੋਂ, ਠੀਕ ਹੈ ਨਾ। ਇਹ ਅਸਲ 'ਚ ਜਿਹੜੇ ਕਮਿਊਨਿਸਟ ਨੇ ਉਹ ਇਹ ਕਹਿੰਦੇ ਆ ਅਤੇ ਉਹੀ ਬੋਲਦੇ ਆ, ਬਾਕੀ ਬਿਨਾਂ ਸੋਚੇ ਸਮਝੇ ਬੋਲਣ ਲੱਗ ਜਾਂਦੇ ਆ। ਸਿਆਸਤ ਤੋਂ ਪ੍ਰੇਰਿਤ ਗੱਲ ਆ, ਕਿਸਾਨ ਹਿੱਤਾਂ ਦੀ ਗੱਲ ਨਹੀਂ ਹੈ। ਮੈਂ ਪਹਿਲਾਂ ਵੀ ਕਹਿੰਦਾ ਸੀ, ਮੈਂ ਪਹਿਲਾਂ ਕਿਹਾ ਸੀ ਕਿ ਚੋਣਾਂ ਵੀ ਲੜਨਗੇ। ਮੈਂ ਹੁਣ ਵੀ ਕਹਿ ਰਿਹਾ ਕਿ ਕਿਸਾਨਾਂ ਨੂੰ ਇਹਨਾਂ ਨੂੰ ਕਹਿਣਾ ਪੈਣਾ ਕਿ ਸਾਡਾ ਹੀ ਲੀਡਰਸ਼ਿਪ ਛੱਡ ਦਿਓ, ਅਸੀਂ ਆਪੇ ਆਪਦਾ ਦੇਖ ਲਾਂਗੇ। ਆਖਰ ਆ ਕਹਿਣ ਪੈਣਾ। ਹੁਣ ਤੁਸੀਂ ਦੇਖੋ MSP ਆ, ਉਹਦੀ ਕਮੇਟੀ ਲਈ ਇਹ ਨਾਂ ਨਹੀਂ ਦੇ ਰਹੇ, ਆਪਸ 'ਚ ਲੜੀ ਜਾਂਦੇ ਆ। ਨਾਂ ਇਹ ਨਹੀਂ ਦੇ ਰਹੇ। ਕਲਮ ਅਗਰ ਤੁਸੀਂ ਕੋਈ ਕਾਨੂੰਨ ਕਹਿੰਦੇ ਹੋ ਕਿ ਆਹ ਬਣਾ ਦਿਓ, ਸਰਕਾਰ ਕਹਿੰਦੀ ਹੈ ਲਓ ਕਲਮ ਤੁਹਾਡੇ ਹੱਥ ਦੇਤੀ, ਤੁਹਾਨੂੰ ਮੈਂਬਰ ਬਣਾਤਾ, ਅਤੇ ਤੁਸੀਂ ਆਪਣੇ ਆਪ ਬਣਾ ਲਓ ਕਾਨੂੰਨ। ਸਰਕਾਰ ਇਹ ਕਹਿੰਦੀ ਹੈ ਨਾ, ਅਤੇ ਤੁਸੀਂ ਉਹ ਬਣਨ ਨੂੰ ਵੀ ਤਿਆਰ ਨਹੀਂ, ਕਰਨ ਨੂੰ ਵੀ ਤਿਆਰ ਨਹੀਂ। ਸਰਕਾਰ 'ਤੇ ਪਾਉਣਾ ਚਾਹੁੰਦੇ ਹੋ ਜ਼ਿੰਮੇਦਾਰੀ, ਰਿਸਪੌਂਸਿਬਿਲਿਟੀ ਲੈਣ ਨੂੰ ਤੁਸੀਂ ਤਿਆਰ ਨਹੀਂ। ਕੇਂਦਰ ਸਰਕਾਰ ਸੰਪਰਕ ਕਰ ਰਹੀ ਹੈ ਕਿਸਾਨ ਆਗੂਆਂ ਦੇ ਨਾਲ ਕਿ ਨਾਮ ਦਿੱਤੇ। ਕਹਿ ਦਿੱਤਾ 10 ਵਾਰ ਕਹਿਤਾ, ਐਗਰੀਕਲਚਰ ਮਿਨਿਸਟਰ ਨੇ ਕਹਿਤਾ ਕਿ ਭਾਈ ਨਾਂ ਦਿਓ। TV 'ਤੇ ਮੀਡੀਆ 'ਚ ਵੀ ਕਹਿਤਾ। ਇਹ ਤਾਂ ਹੁਣ ਝੂਠ ਬੋਲਦੇ ਆ, ਨਾਂ ਇਹ ਦੇਣਾ ਨਹੀਂ ਚਾਹੁੰਦੇ, ਜ਼ਿੰਮੇਦਾਰੀ ਇਹ ਲੈਣਾ ਨਹੀਂ ਚਾਹੁੰਦੇ। ਇਸ ਕਰਕੇ ਇਹਨਾਂ ਨੂੰ ਪ੍ਰਾਰਥਨਾ ਕਰੋ ਕਿ ਕਿਸਾਨ ਦਾ ਹਿੱਤ ਹੋ ਲੈਣ ਦਿਓ, ਨਾ ਇੱਦਾਂ ਦੀਆਂ ਗੱਲਾਂ ਕਰੋ। ਇਸ ਤਰ੍ਹਾਂ ਸਟੇਟਮੈਂਟਸ ਆ ਰਹੀਆਂ ਨੇ, ਰეკਮੈਂਡੇਸ਼ਨ ਹੋ ਰਹੀ ਹੈ ਕਿ ਕਾਨੂੰਨ ਆਉਣ, ਔਰ ਸਟੇਟਸ ਦੇ ਨਾਲ ਅਸੀਂ ਗੱਲ ਕਰਾਂਗੇ। ਔਰ ਤੁਹਾਨੂੰ ਕੀ ਲੱਗਦਾ ਉਸ ਦੇ ਬੇਸ 'ਤੇ ਸੈਂਟਰਲ ਗਵਰਨਮੈਂਟ ਕੁਝ ਪਲਾਨ ਕਰ ਰਹੀ ਹੈ, ਕੁਝ ਸੋਚ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ? ਨਹੀਂ, ਸੈਂਟਰਲ ਗੌਰਮੈਂਟ ਤਾਂ ਦੇਖੋ, ਜੇ ਕਿਸਾਨ ਦਾ ਹਿੱਤ ਕਰਨਾ ਤਾਂ ਕਿਸਾਨ ਨੂੰ ਵੀ ਆਪਦੇ ਬਾਰੇ ਸੋਚਣਾ ਪੈਣਾ। ਅਤੇ ਜੇ ਵਿਵਸਥਾ ਚੇਂਜ ਨਹੀਂ ਕਰਨਗੇ, ਐਗਰੀਕਲਚਰ ਦਾ ਜਿਹੜਾ ਅੱਜ ਦਾ ਸਿਸਟਮ ਚੱਲ ਰਿਹਾ, ਔਰਗੈਨਿਕ ਫਾਰਮਿੰਗ ਦੀ ਤਰਫ ਨਹੀਂ ਜਾਣਗੇ ਔਰ ਕੈਸ਼ ਕ੍ਰੌਪ ਦੀ ਤਰਫ ਨਹੀਂ ਕਿਸਾਨ ਜਾਏਗਾ, ਉਹਨੂੰ ਮੰਡੀ ਦੀ ਵਿਵਸਥਾ ਨਹੀਂ ਹੋਏਗੀ। ਹੁਣ ਤੁਸੀਂ ਇਹ ਦੱਸੋ, ਕਿਸਾਨ ਯੂਨੀਅਨ ਵਾਲੇ ਕਹਿੰਦੇ ਕਿ ਸਾਡੀ ਸਰਕਾਰ ਆ ਗਈ, ਪੰਜਾਬ 'ਚ ਆ ਗਈ। ਇਹ ਧੋਖੇਬਾਜ਼ਾਂ ਦੀ ਸਰਕਾਰ ਆ, ਝੂਠ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਹੈ ਇਹ। ਬਈ ਉੱਥੇ ਤਾਂ 2000 ਏਕੜ ਜ਼ਮੀਨ ਸੀ ਸਾਰੀ, ਦਿੱਲੀ 'ਚ ਤਾਂ ਬੜੇ ਗੱਲਾਂ ਕਰਦੇ ਸੀ ਕੇਜਰੀਵਾਲ। ਹੁਣ ਕਰਨ ਨਾ ਪੰਜਾਬ 'ਚ। ਕੇਰਲਾ ਨੇ 23 ਫਸਲਾਂ 'ਤੇ MSP ਦੇ ਰੱਖੀ ਹੈ, ਕੈਸ਼ ਕ੍ਰੌਪਸ 'ਤੇ। ਹਰਿਆਣਾ ਨੇ ਦੇ ਰੱਖੀ ਆ। ਬਾਕੀ ਸਟੇਟਾਂ ਕਰ ਸਕਦੀਆਂ ਨੇ, ਪੰਜਾਬ ਕਿਉਂ ਨਹੀਂ ਕਰਦਾ? ਕਿਉਂ ਨਹੀਂ ਜ਼ਿੰਮੇਵਾਰੀ ਲੈਂਦੇ? ਕਿਉਂ ਨਹੀਂ ਕਿਸਾਨਾਂ ਨਾਲ ਮੀਟਿੰਗ ਕਰਕੇ ਉਹ ਕਰਦੇ? ਗੱਲਾਂ ਇਹਨਾਂ ਨੇ ਗੱਲਾਂ ਕਰਨੀਆਂ ਨੇ, ਕਰਨਾ ਕੁਛ ਨਹੀਂ ਹੈ।
ਤੁਸੀਂ ਸਟੇਟਮੈਂਟ ਦੇਖੀ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੀ? ਉਹ ਕਹਿੰਦੇ ਥੋੜਾ ਜਿਹਾ ਸਬਰ ਰੱਖੋ, ਥੋੜਾ ਜਿਹਾ ਸਾਨੂੰ ਵਕਤ ਦਿਓ ਔਰ ਉਸ ਤੋਂ ਬਾਅਦ ਦੇਖੋ ਫਿਰ ਤੁਸੀਂ ਪੰਜਾਬ ਨੂੰ ਰੰਗਲਾ ਬਣਾਉਣ ਲਈ ਥੋੜਾ ਜਿਹਾ ਸਮਾਂ ਤਾਂ ਲੱਗਣਾ ਹੈ। ਇਹ ਗੱਲ ਸਟੇਟਮੈਂਟ ਉਹਨਾਂ ਦੇ ਫੇਸਬੁੱਕ ਤੇ ਪੋਸਟ ਕਰੀ ਹੋਈ ਹੈ ਭਗਵੰਤ ਮਾਨ ਹੋਣਾ ਨੇ। ਉਹਨਾਂ ਨੇ ਕਿਹਾ ਕਿ ਵਿਦੇਸ਼ਾਂ ਤੋਂ ਲੋਕ ਅਮਰੀਕਾ ਤੋਂ ਇੱਥੇ ਵਸਣ ਆਇਆ ਕਰਨਗੇ, ਕੰਮ ਕਰਨ ਆਉਣਗੇ। ਨਹੀਂ ਚਲੋ ਉਹ ਵੱਖਰੀ ਸਟੇਟਮੈਂਟ ਆ, ਪਰ ਆ ਜਿਹੜਾ ਸਟੇਟਮੈਂਟ ਹੈ ਕਿ ਪੰਜਾਬੀਓ ਥੋੜਾ ਸਮਾਂ ਦਿਓ, ਥੋੜਾ ਸਬਰ ਕਰੋ, ਕੋਈ ਵੀ ਚੀਜ਼ ਅਜਿਹੀ ਨਹੀਂ ਹੈ ਜੋ ਮੈਨੂੰ ਮੂੰਹ ਜ਼ੁਬਾਨੀ ਯਾਦ ਨਾ ਹੋਵੇ। ਉਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਜਲਦਬਾਜ਼ੀ ਨਾ ਕਰੀਏ, ਥੋੜਾ ਸਮਾਂ ਤਾਂ ਲੱਗੇਗਾ। ਇਹ ਆਏ ਨੇ, ਇਹਨਾਂ ਨੇ ਲਾਲ ਪੰਜਾਬ ਬਣਾਤਾ, ਖੂਨ ਦਾ ਪੰਜਾਬ ਬਣਾਇਆ। ਹਰ ਰੋਜ਼ ਮਰਡਰ ਹੁੰਦੇ ਆ, ਹਰ ਰੋਜ਼ ਗੋਲੀ ਚੱਲਦੀ ਆ, ਗੈਂਗਸਟਰਾਂ ਦਾ ਬੋਲਬਾਲਾ, ਤੇ ਜੇਲ੍ਹਾਂ 'ਚੋਂ ਵੀ ਧਮਕੀਆਂ ਦਿੰਦੇ ਨੇ ਗੈਂਗਸਟਰ। ਤੇ ਇਹ ਕੀ ਕਰਦੇ ਪਏ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ। ਆਮ ਆਦਮੀ ਪਾਰਟੀ ਬਾਇਸਡ ਹੋ ਕੇ ਕੰਮ ਕਰ ਰਹੀ ਹੈ। ਜੇ ਪਟਿਆਲਾ ਜੇਲ੍ਹ 'ਚ ਵਿਕਰਮ ਮਜੀਠੀਆ ਹੈਗਾ, ਉੱਥੇ ਤਾਂ ਜਾ ਰਿਹਾ ਜੇਲ੍ਹ ਮੰਤਰੀ, ਬਾਕੀ ਜੇਲ੍ਹਾਂ 'ਚ ਕਿਉਂ ਨਹੀਂ ਜਾ ਰਿਹਾ? ਤੇ ਇਹ ਕੋਈ ਤਰੀਕਾ ਹੈਗਾ ਕੰਮ ਕਰਨ ਦਾ? ਤੇ ਇਸ ਕਰਕੇ ਇਹ ਪਤਾ ਨਹੀਂ ਅਕਾਲੀ ਦਲ ਕਿਉਂ ਘਬਰਾਇਆ ਹੋਇਆ, ਉਹ ਤਾਂ ਬੋਲ ਵੀ ਨਹੀਂ ਰਹੇ। ਔਰ ਇਸ ਚੀਜ਼ ਨੂੰ ਕਿਵੇਂ ਦੇਖਿਆ ਜਾਵੇ ਤੁਸੀਂ? ਜੇ ਸੈਂਟਰਲ ਗਵਰਨਮੈਂਟ ਕੁਝ ਕਾਨੂੰਨ ਲਿਆਉਣ ਬਾਰੇ ਸੋਚਦੀ ਹੈ ਤਾਂ ਮੈਂ ਚਾਹੁੰਦਾ ਕਿ ਇਸ ਤੇ ਅਸੀਂ ਡਿਸਕਸ਼ਨ ਰੱਖੀਏ ਇਸ ਦੇ ਆਲੇ ਦੁਆਲੇ ਕਿ ਫਿਰ ਸਟੇਟਸ ਨੂੰ ਕਿਸ ਤਰ੍ਹਾਂ ਤੁਸੀਂ ਭਰੋਸੇ ਦੇ ਵਿੱਚ ਲਾਉਂਗੇ। ਇਹ ਤਾਂ ਨਹੀਂ ਹੋਊਗਾ ਕਿ ਜੇ ਤੁਸੀਂ ਕੁਝ ਸੋਚਦੇ ਹੋ ਤਾਂ ਪਹਿਲਾਂ ਵਾਲੀ ਤਰ੍ਹਾਂ ਹੀ ਐਜੀਟੇਸ਼ਨ ਸ਼ੁਰੂ ਹੋ ਜਾਣ, ਫਿਰ ਉੱਥੇ ਧਰਨੇ ਲੱਗਣ ਲੱਗ ਜਾਣ ਦਿੱਲੀ ਦੇ ਬਾਰਡਰਾਂ ਤੇ। ਪਹਿਲਾਂ ਵੀ ਮੈਂ ਪਹਿਲੇ ਕਾਨੂੰਨਾਂ ਦੇ ਬਾਰੇ 'ਚ ਬੋਲਦਾ। ਆਹ ਦੇਖੋ, 2 ਕਾਨੂੰਨ ਆ ਹੈਗੇ ਆ ਜਿਹਦੇ ਨਾਲ ਇਹਨਾਂ ਦਾ ਤਾਲੁਕ ਸੀ, ਬਾਕੀ ਤਾਂ ਇਹ ਐਵੇਂ ਹੀ ਦਾਦਾਗਿਰੀ ਕਰਦੇ ਆ, ਉਹਦੇ 'ਚ ਕੋਈ ਗੱਲ ਨਹੀਂ ਸੀ। ਆ ਜਿਹੜਾ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਫੈਸਿਲੀਟੇਸ਼ਨ ਐਕਟ ਆ 2020, ਇੱਕ ਤਾਂ ਇਹ ਸੀ। ਆ ਦੂਸਰਾ ਹੈਗਾ ਫਾਰਮਰਸ ਇੰਪਾਵਰਮੈਂਟ ਪ੍ਰਮੋਸ਼ਨ ਐਗਰੀਮੈਂਟ ਆਫ ਪ੍ਰਾਈਸ ਅਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਐਕਟ 2020। ਇਹ 2 ਨੇ। ਜੇ ਇਹਦੇ ਤੇ ਕੰਮ ਹੋ ਜਾਂਦਾ, ਇਹਦੇ 'ਚ ਕੀ ਸੀ ਕਿ ਅੱਜ ਤੋਂ ਪਹਿਲਾਂ ਰਾਜੇਵਾਲ ਜੀ ਨੇ 1400 ਕਿਸਾਨਾਂ ਨੂੰ ਲੈ ਕੇ ਜਦੋਂ ਹਰਿਆਣਾ ਬਣ ਗਿਆ ਸੀ, ਉਹਨਾਂ ਨੇ ਇਹ ਕਿਹਾ ਸੀ ਕਿ ਸਾਨੂੰ ਫਸਲ ਜਿੱਥੇ ਵੀ ਲਿਜਾਣੀ ਹੋਵੇ, ਵੇਚਣੀ ਹੋਵੇ, ਕਿਸਾਨ ਨੇ ਇਜਾਜ਼ਤ ਦਿਓ। ਇਹ 40-40 ਦਿਨ ਦੀ 1400 ਕਿਸਾਨਾਂ ਨੇ ਸਜ਼ਾ ਕੱਟੀ ਸੀ। ਉਹੀ ਇਹਦੇ 'ਚ ਖੁੱਲ੍ਹ ਦਿੱਤੀ ਹੈ ਜਿਹੜੀ ਇਹ ਮੰਗ ਕਰਦੇ ਸੀ। ਫਿਰ ਇਹ ਕਹਿੰਦੇ ਡਾਇਰੈਕਟ ਪੇਮੈਂਟ ਸਾਡੇ ਖਾਤਿਆਂ 'ਚ ਆਵੇ, ਉਹੀ ਇਹਦੇ 'ਚ ਖੁੱਲ੍ਹ ਦਿੱਤੀ ਹੈ ਕਿ ਡਾਇਰੈਕਟ ਪੇਮੈਂਟ ਆਊਗੀ। ਉਸ ਤੋਂ ਬਾਅਦ ਵਿਰੋਧ ਕਰਨ ਲੱਗੇ। 2 ਦਿਨ ਪਹਿਲਾਂ ਉੱਥੇ ਬਾਰਡਰ ਤੇ ਪ੍ਰੈਸ ਕਾਨਫਰੰਸ ਕਰਦੇ ਆ। ਇਹਦਾ ਮਤਲਬ ਕੀ ਹੈ ਕਿ ਕਿਸਾਨ ਹਿੱਤੋਂ ਨਹੀਂ, ਇਸ ਆਪਦੇ ਸਿਆਸੀ ਹਿੱਤਾਂ ਦੇ ਪੂਰਕ ਨੇ। ਇਹ ਕਿਸਾਨ ਦੇ ਹਿੱਤਾਂ ਦੇ ਪੂਰਕ ਨਹੀਂ ਹੈ। ਤੇ ਬੈਠ ਕੇ ਗੱਲ ਕਰਨ। ਨਹੀਂ, ਕੋਈ ਸੈਂਟਰਲ ਗਵਰਨਮੈਂਟ ਜਿਹੜੀ ਹੈ ਗੱਲਬਾਤ ਕਰ ਸਕਦੀ ਕਿਸਾਨ ਆਗੂਆਂ ਦੇ ਨਾਲ, ਉਹਨਾਂ ਨੂੰ ਸਮਝਾਉਣ ਵਾਸਤੇ, ਸਮਝਾਇਸ਼ ਵਾਸਤੇ ਕਿ ਆ ਦੇਖੋ ਇਸ ਤਰੀਕੇ ਦੇ ਨਾਲ। MSP ਦੀ ਕਮੇਟੀ ਦੇ ਤਾਂ ਨਾਂ ਨਹੀਂ ਦਿੰਦੇ। ਇਹਨਾਂ ਦਾ ਮਕਸਦ ਇਹ ਹੈ ਹੀ ਨਹੀਂ। ਉਹਦੇ ਲਈ ਅੰਦੋਲਨ ਕਰ ਰਹੇ ਆ, ਨਾਂ ਇਹ ਨਹੀਂ ਦੇ ਰਹੇ, ਕਿਸਾਨਾਂ ਦੇ ਨਾਮ ਨਹੀਂ ਦੇ ਰਹੇ, ਉਹਦੇ 'ਚ ਆਪਸ 'ਚ ਲੜੀ ਜਾਂਦੇ ਆ। ਇਹ ਨਹੀਂ ਇਹ ਜਾਊਗਾ, ਇਹ ਨਹੀਂ ਜਾਊਗਾ, ਕੋਈ ਨਹੀਂ ਜਾਊਗਾ, ਤੁਸੀਂ ਆਪਣੇ ਆਪ ਬਣਾਓ ਸਰਕਾਰ ਨੂੰ। ਕਹਿੰਦੇ ਭਾਈ ਹੁਣ ਤੁਸੀਂ ਜ਼ਿੰਮੇਵਾਰੀ ਤਾਂ ਲਓ, ਰਿਸਪੌਂਸਿਬਿਲਿਟੀ ਲਓ। ਨਹੀਂ ਲੈਣਾ ਚਾਹੁੰਦੇ ਔਰ ਬਹਾਨੇ ਬਣਾਉਂਦੇ ਆ। ਕੀ ਅਸੈਸਮੈਂਟ ਹੈ ਤੁਹਾਡੀ ਫਿਰ ਇਸ ਚੀਜ਼ ਨੂੰ ਲੈ ਕੇ? ਇਸ ਚੀਜ਼ ਨੂੰ ਲੈ ਕੇ ਅਸੀਂ ਵੀ ਮਿਲ ਰਹੇ ਹਾਂ ਨੀਤੀ ਆਯੋਗ ਨੂੰ, ਭਾਰਤੀ ਜਨਤਾ ਪਾਰਟੀ ਦੀ ਤਰਫੋਂ ਸਾਡੇ ਕਿਸਾਨ ਲੀਡਰ ਮਿਲਣਗੇ, ਮੈਂ ਵੀ ਜਾਊਂਗਾ ਉਹਦੇ 'ਚ, ਔਰ ਅਸੀਂ ਆਪਣੇ ਸੁਝਾਅ ਦੇਵਾਂਗੇ ਕੀ ਹੋਣਾ ਚਾਹੀਦਾ। ਔਰ ਸਟੇਟ ਗਵਰਨਮੈਂਟ ਨੂੰ ਇਹ ਸੁਝਾਅ ਦੇਣੇ। ਸਟੇਟ ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਹੈ ਪੰਜਾਬ ਸਰਕਾਰ ਦੀ ਕਿ ਪੰਜਾਬ ਸਰਕਾਰ ਇਹਨਾਂ ਨੂੰ ਬੁਲਾਵੇ, ਇਹਨਾਂ ਨਾਲ ਸਲਾਹ ਮਸ਼ਵਰਾ ਕਰੇ, ਕਿਹੋ ਜਿਹਾ ਕਾਨੂੰਨ ਚਾਹੀਦਾ ਉਹ ਦੱਸੇ। ਆਪਣੇ ਜਿਹੜੇ ਉਹਨਾਂ ਦੇ ਮਾਹਿਰ ਨੇ ਐਗਰੀਕਲਚਰ ਦੇ, ਉਹਨਾਂ ਨੂੰ ਲਿਆਵੇ। 23 ਫਸਲਾਂ 'ਤੇ ਖੁਦ MSP ਦੇਵੇ। ਕਿਉਂ ਨਹੀਂ ਦੇ ਰਹੇ? ਔਰ ਪੰਜਾਬ ਦੇ ਅੰਦਰ ਅਗਰ ਤੁਸੀਂ ਬਦਲਵੀਆਂ ਫਸਲਾਂ ਨਹੀਂ ਬੀਜੋਗੇ, ਪਾਣੀ ਦੇ ਬਾਰੇ 'ਚ, ਵਾਤਾਵਰਣ ਦੇ ਬਾਰੇ ਚਿੰਤਾ ਨਹੀਂ ਕਰੋਗੇ, ਤਾਂ ਪੰਜਾਬ ਤਾਂ ਰਹਿਣ ਵਾਲੀ ਜਗ੍ਹਾ ਨਹੀਂ ਹੈ। ਔਰ ਪੰਜਾਬ ਦੇ ਅਨਾਜ ਦੀ ਕਿਸੇ ਨੂੰ ਜ਼ਰੂਰਤ ਹੀ ਨਹੀਂ ਹੈ। ਜ਼ਹਿਰੀਲਾ ਹੋ ਗਿਆ, ਜ਼ਮੀਨ ਵੀ ਜ਼ਹਿਰੀਲੀ ਹੋ ਗਈ। 3 ਸਾਲ ਤੱਕ ਉਹ ਜ਼ਮੀਨ ਠੀਕ ਨਹੀਂ ਹੁੰਦੀ, ਉਹਦੀ ਪੈਦਾਵਾਰ ਨੂੰ ਕੋਈ ਨਹੀਂ ਖਰੀਦਦਾ। ਤੇ ਇਸ ਕਰਕੇ ਮੇਰਾ ਇਹੀ ਕਹਿਣਾ ਕਿ ਪੰਜਾਬ ਦੇ ਵਿਸ਼ੇ 'ਤੇ ਸੋਚੋ ਤੇ ਤੁਸੀਂ ਅਮਰੀਕਾ ਤੋਂ ਨਾ ਬੁਲਾਓ। ਪਹਿਲਾਂ ਜਿਹੜੇ ਪੰਜਾਬ ਵਾਲੇ ਨੇ ਇਹਨਾਂ ਦਾ ਹੀ ਭਲਾ ਕਰ ਲਓ। ਤੇ ਇਹ ਇਹਨਾਂ ਨੂੰ ਮੈਂ ਕਹਿਣਾ। ਔਰ ਦੂਸਰਾ ਜਿਹੜਾ ਇਹ ਕਹਿੰਦੇ ਅਸੀਂ ਨਸ਼ਿਆਂ ਦਾ ਖਾਤਮਾ ਕਰ ਦਿਆਂਗੇ, ਨਸ਼ਿਆਂ ਦਾ ਖਾਤਮਾ ਨਹੀਂ ਹੋ ਸਕਦਾ। ਉਹਦਾ ਕਾਰਨ ਜਦੋਂ ਤੱਕ ਤੁਸੀਂ ਇੰਪਲੋਇਮੈਂਟ ਨਹੀਂ ਦਿਓਗੇ, ਉਦੋਂ ਤੱਕ ਨਸ਼ਿਆਂ ਦਾ ਖਾਤਮਾ ਨਹੀਂ ਹੋਣਾ। ਇੰਪਲੋਇਮੈਂਟ ਤੁਸੀਂ ਨਵੇਂ ਉਦਯੋਗ ਲਾਓਗੇ ਤਾਂ ਦਿਓਗੇ। ਇਹਨਾਂ ਨੂੰ ਇੰਪਲੋਇਮੈਂਟ ਜਨਰੇਸ਼ਨ ਟਾਸਕ ਫੋਰਸ ਬਣਾਉਣੀ ਚਾਹੀਦੀ ਹੈ। ਇਹਨਾਂ ਨੇ ਕੀ ਬਣਾਈ ਆ? ਗੈਂਗਸਟਰ ਟਾਸਕ, ਐਂਟੀ ਗੈਂਗਸਟਰ ਟਾਸਕ ਫੋਰਸ ਬਣਾਤੀ। ਉਹ ਟਾਸਕ ਫੋਰਸ ਨੇ ਤਾਂ ਪਹਿਲਾਂ ਵੀ ਉਹੀ ਅਫਸਰ ਕੰਮ ਕਰਦੇ ਸੀ, ਇਹਨਾਂ ਨੇ ਵੀ ਇਹੀ ਕਰਨਾ। ਠੀਕ ਹੈ, ਉਹਦੇ ਨਾਲ ਨਹੀਂ ਫਰਕ ਪੈਣਾ। ਸੂਝਵਾਨ ਲੋਕਾਂ ਨੂੰ ਉਹਦੇ 'ਚ ਲਾਉਣ ਅਤੇ ਇੰਪਲੋਇਮੈਂਟ ਜਨਰੇਟ ਕਰਨ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਕੁਛ ਦਿਸ਼ਾ ਦੇਣ ਦੀ ਕੋਸ਼ਿਸ਼ ਕਰਨ। ਉਹ ਇਹਨਾਂ ਕੋਲੋਂ ਨਹੀਂ ਦਿੱਤੀ ਜਾਣੀ। ਬੀਜੇਪੀ ਨੇ ਸਮੀਖਿਆ ਕੀਤੀ ਕਿ ਇੰਨੀ ਵੱਡੀ ਹਾਰ ਦੀ ਵਜ੍ਹਾ ਕੀ ਰਹੀ ਹੈ? ਕਿਉਂਕਿ ਤੁਹਾਡੇ ਨਾਲ ਤਾਂ ਵੱਡੇ ਵੱਡੇ ਧੁਰੰਦਰ ਜੁੜ ਗਏ ਸੀ, ਕੈਪਟਨ ਅਮਰਿੰਦਰ ਸਿੰਘ ਹੁਣੀ ਜੁੜ ਗਏ ਸੀ, ਉਹਨਾਂ ਨੂੰ ਵੀ ਹਾਰਨਾ ਪਿਆ, ਔਰ ਸੁਖਦੇਵ ਸਿੰਘ ਢੀਂਡਸਾ ਹੋਣੀ। ਹਾਂਜੀ, ਤੁਸੀਂ ਸਭ ਤੋਂ ਬੜੀ ਗੱਲ ਪਤਾ ਕੀ ਹੈ?
ਬੀਜੇਪੀ ਪਹਿਲਾਂ ਕਿਹੜਾ 200 ਸੀਟਾਂ ਤੇ ਸੀ। ਬੀਜੇਪੀ ਕੋਲ ਤਾਂ ਪਹਿਲਾਂ ਵੀ 2 ਹੀ ਸੀ, 2 ਹੀ ਫੇਰ ਆ ਗਈਆਂ। 1.25% ਵੋਟ ਵੱਧ ਗਈ। ਠੀਕ ਹੈ, ਉਸ 2 ਮਹੀਨੇ ਦਾ ਸਾਨੂੰ ਸਮਾਂ ਮਿਲਿਆ। ਇਸ ਕਰਕੇ ਬੀਜੇਪੀ ਦੀ ਸਮੀਖਿਆ ਦੀ ਜ਼ਰੂਰਤ ਨਹੀਂ ਹੈ, ਸਾਨੂੰ ਪਤਾ ਸਾਡੇ ਬਾਰੇ। ਔਰ ਬਾਕੀ ਕੈਪਟਨ ਅਮਰਿੰਦਰ ਸਿੰਘ ਤਾਂ ਆਪਦੀ ਸਮੀਖਿਆ ਕਰੇ ਕਿ ਉਹਦੇ ਨਾਲ ਇਹ ਕਿਉਂ ਹੋਈ। ਠੀਕ ਹੈ ਨਾ, ਇਹ ਭਾਣਾ ਕਿਉਂ ਵਰਤ ਗਿਆ। ਅਤੇ ਉਹ ਅਸਲ 'ਚ ਕੋਈ ਐਸਾ ਕੰਮ ਨਹੀਂ ਕੀਤਾ ਉਹਨਾਂ ਨੇ। ਉਹ ਸਾਰੇ ਦਾ ਸਾਰਾ ਜਿਹੜਾ ਕਾਂਗਰਸ ਦਾ ਮਿਸਰੂਲ ਸੀ, ਉਹਦਾ ਭਾਂਡਾ ਸਾਡੇ 'ਤੇ ਫੁੱਟ ਗਿਆ। ਇਹ ਮੰਨਦੇ ਹੋ ਵੀ ਕੈਪਟਨ ਹੋਣਾ ਦਾ ਫਿਰ ਆਉਣਾ ਤੁਹਾਡੇ ਲਈ ਨੁਕਸਾਨਦਾਇਕ ਸਿੱਧ ਹੋਇਆ? ਇਹੀ ਕਾਰਨ ਨੇ, ਹੋਰ ਕੀ ਆ। ਹੋਰ ਅਸੀਂ ਕਿਹੜਾ ਲੋਕਾਂ ਦਾ ਕੋਈ ਮਾਹ ਪੱਟ ਲਏ ਸੀ। ਅਸੀਂ ਤਾਂ ਲੋਕਾਂ ਦੇ ਹੱਕ 'ਚ ਹੀ ਗੱਲ ਕਰਦੇ ਹਾਂ। ਮੋਦੀ ਜੀ ਕਿਸਾਨ ਹਿੱਤੂ ਪ੍ਰਧਾਨ ਮੰਤਰੀ ਨੇ ਔਰ ਪੰਜਾਬ ਦੇ ਵੀ ਹਿੱਤੂ ਨੇ। ਢੀਂਡਸਾ ਹੋਣਾ ਨਾਲ ਵੀ ਫਿਰ ਢੀਂਡਸਾ ਹੋਣਾ ਨੇ ਵੀ ਹੱਥ ਮਿਲਾਇਆ, ਉਹ ਵੀ ਆਪਦੀ ਸੀਟ ਹਾਰ ਗਏ। ਢੀਂਡਸਾ ਜੀ ਦਾ ਛੋਟੀਆਂ ਜਿਹੀਆਂ ਉਹ ਬਹੁਤ ਘੱਟ ਸੀਟਾਂ ਸੀ, ਉਹ ਬਹੁਤ ਜ਼ਿਆਦਾ ਪ੍ਰਭਾਵਿਤ ਨਹੀਂ ਉਹਨਾਂ ਨੇ ਕੀਤਾ। ਚਲੋ ਸਾਡੇ ਕੋਲ ਇਹ ਇੱਦਾਂ ਸੀ ਕਿ ਉਸ ਵੇਲੇ ਪਤਾ ਕੀ ਸੀ, ਸਾਡੇ ਬਾਰੇ ਇਹ ਕਹਿੰਦੇ ਸੀ ਕਿ ਸਾਡੇ ਕੋਲ ਕੈਂਡੀਡੇਟ ਨਹੀਂ ਹੈ। ਵਾਕਿਆ ਹੀ ਸਹੀ ਸੀ, ਸਾਡੇ ਵਰਕਰਾਂ 'ਤੇ ਜ਼ੁਲਮ ਹੁੰਦੇ ਸੀ। ਪਰ ਉਹ ਬਾਅਦ 'ਚ ਕੀ ਹੋਇਆ, ਸਾਡੇ ਕੋਲ 5000 ਐਸਪਾਇਰੈਂਟ ਆ ਗਏ, 5000 ਐਪਲੀਕੇਸ਼ਨਾਂ ਆ ਗਈਆਂ। ਸਾਨੂੰ ਪਹਿਲਾਂ ਤਾਂ ਸਾਨੂੰ ਵੀ ਨਹੀਂ ਸੀ ਪਤਾ, ਅਤੇ ਜਦੋਂ ਉਹ ਆ ਗਈਆਂ ਉਸ ਵੇਲੇ ਅਸੀਂ ਮਹਿਸੂਸ ਕਰਦੇ ਸੀ ਕਿ ਜ਼ਰੂਰਤ ਨਹੀਂ ਹੈ। ਪਰ ਹੁਣ ਜਦੋਂ ਗੱਲਬਾਤ ਹੋ ਜਾਂਦੀ ਹੈ, ਅਸੀਂ ਗਠਬੰਧਨ ਧਰਮ ਦਾ ਪਾਲਣ ਕਰਦੇ ਹਾਂ। ਬਾਕੀ ਕੋਈ ਕਰੇ ਨਾ ਕਰੇ, ਕਿ ਕੋਈ ਅਕਾਲੀ ਦਲ ਨੇ ਨਹੀਂ ਕੀਤਾ ਤਾਂ ਅਕਾਲੀ ਦਲ ਦੀ ਦੁਰਦਸ਼ਾ ਦੇਖ ਲਈ ਹੈ। ਉਹਨਾਂ ਦੇ ਐਮਐਲਏ ਨੂੰ ਤਾਂ ਦੇਖਣ ਵਾਸਤੇ ਟਿਕਟ ਲੱਗਿਆ ਕਰਨਾ ਕਿ ਕਿੱਥੇ ਨੇ। ਅਕਾਲੀ ਦਲ ਦੇ ਨਾਲ ਜਾਂ ਬਾਦਲ ਪਰਿਵਾਰ ਦੇ ਨਾਲ ਕੋਈ ਸਮਝੌਤਾ ਹੋ ਸਕਦਾ? ਗੱਠਜੋੜ ਦੁਬਾਰਾ ਚੱਲ ਰਹੀ, ਕੋਈ ਗੱਲਬਾਤ ਹੋ ਸਕਦਾ ਇਹੋ ਜਿਹਾ ਕੁਝ? ਨਹੀਂ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ। ਅਤੇ ਉਹਨਾਂ ਨੂੰ ਲੋਕ ਕਦੇ ਮਾफ़ ਨਹੀਂ ਕਰਨਗੇ। ਇਹੋ ਜਿਹਾ ਕੀ ਕਰਤਾ ਹੈ, ਮਾਫ਼ ਕਿਉਂ ਨਹੀਂ ਕਰਨਗੇ ਲੋਕ? ਬੇਅਦਮੀਆਂ, ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ। ਉਹ ਕਹਿੰਦੇ ਅਸੀਂ ਮਾਫੀਆਂ ਮੰਗ ਲਈਆਂ, ਕਹਿੰਦੇ ਲੋਕਾਂ ਨੇ ਗਰੇਵਾਲ ਸਾਹਿਬ ਐਕਸੈਪਟ ਕਿਉਂ ਨਹੀਂ ਕਰਿਆ? ਉਹ ਕਹਿੰਦੇ ਕਿ ਅਸੀਂ ਮਾਫੀਆਂ ਮੰਗ ਲਈਆਂ। ਇੱਥੋਂ ਤੱਕ ਕਿ ਸਟੇਟਮੈਂਟ ਬਹੁਤ ਵੱਡੀ ਦਿੱਤੀ ਸੀ ਹਰਸਿਮਰਤ ਬਾਦਲ ਹੋਣਾ ਨੇ। ਉਹ ਕਹਿੰਦੇ ਕਿ ਜੇ ਸਾਡਾ ਚਿੱਟਾ ਵੇਚਣ 'ਚ ਜਾਂ ਕੁਝ ਵੀ ਹੋਵੇ ਤਾਂ ਕੱਖ ਨਾ ਰਹੇ। ਇਹੋ ਜਿਹੀ ਸਟੇਟਮੈਂਟਸ ਹਰਸਿਮਰਤ ਨੇ ਤਾਂ ਮਰਵਾਏ ਨੇ। ਬਾਦਲ ਸਾਹਿਬ ਨੂੰ ਸੁਪਰ ਚੀਫ ਮਿਨਿਸਟਰ ਬਣਾਵਾਂਗੇ, ਕਹੋ ਤਿਆਰ ਕਰੋ ਬਾਦਲ ਸਾਹਿਬ ਨੂੰ। ਸਟੇਜ ਤੋਂ ਬਾਦਲ ਸਾਹਿਬ ਬੈਠੇ ਹੋਏ ਆ। ਤੁਸੀਂ ਇਹ ਦੇਖੋ, ਜਿਹੜਾ ਪੁੱਤ ਆ ਨਾ, ਉਹ ਪਿਓ ਦੀ ਪੱਗ ਨੂੰ ਮਿੱਟੀ ਨਹੀਂ ਲੱਗਣ ਦਿੰਦਾ। ਇੱਥੇ ਪੁੱਤ ਨੇ ਰੋਲ ਕੇ ਰੱਖਤੀ ਇਸ ਉਮਰ 'ਚ। ਬਾਦਲ ਸਾਹਿਬ ਤੋਂ ਬੜਾ ਲੀਡਰ ਕੋਈ ਨਹੀਂ ਹੋ ਸਕਦਾ। ਉਹਨੇ ਉਠਾ ਕੇ ਚੁਣਾਵ ਲੜਾਤੇ, ਔਰ ਚੁਣਾਵ ਲੜਾ ਕੇ ਫਿਰ ਲੋਕਾਂ ਨੇ ਮਾੜਾ ਕੰਮ ਕੀਤਾ, ਉਹਨਾਂ ਨੇ ਉਹਨਾਂ ਨੂੰ ਹਰਾਤਾ। ਜਿਤਾਉਣਾ ਚਾਹੀਦਾ ਸੀ। ਮੈਨੂੰ ਬੜਾ ਅਫਸੋਸ ਹੋਇਆ ਉਹਨਾਂ ਦਾ। ਠੀਕ ਹੈ ਗੱਲ। ਅਤੇ ਉਹ ਇਸ ਕਰਕੇ ਹੋਇਆ ਕਿ ਐਡੇ ਬੜੇ ਲੀਡਰ ਸੀ। ਉਹ ਯੂਨੀਵਰਸਿਟੀ ਨੇ ਇੱਕ ਰਾਜਨੀਤੀ ਦੀ, ਉਹਨਾਂ ਤੋਂ ਸਿੱਖਣ ਨੂੰ ਬਹੁਤ ਕੁਛ ਮਿਲਦਾ। ਅਤੇ ਇਸ ਉਮਰ 'ਚ ਜਾ ਕੇ ਉਹਨਾਂ ਨਾਲ ਇਹ ਦੁਰਦਸ਼ਾ ਕਰਤੀ। ਉਹਨਾਂ ਨੂੰ ਚੁਣਾਵ ਹੀ ਨਹੀਂ ਲੜਾਉਣਾ ਚਾਹੀਦਾ ਸੀ ਇਹਨਾਂ ਨੂੰ। ਅਤੇ ਸੁਖਬੀਰ ਬਾਦਲ ਨੇ ਔਰ ਹਰਸਿਮਰਤ ਬਾਦਲ ਨੇ ਆਪਣੇ ਹਿੱਤ ਦੇ ਲਈ ਇਹ ਕੰਮ ਕਰ ਲਿਆ, ਐਡੇ ਵੱਡੇ ਲੀਡਰ ਨੂੰ ਖੜ੍ਹਾ ਕਰਤਾ। ਅਤੇ ਮੈਂ ਇਹ ਸਮਝਦਾ ਕਿ ਇਸ ਵੇਲੇ ਉਮਰ ਵੀ ਹੈਗੀ ਹੈ ਨਾ, ਹਰ ਉਮਰ ਨਹੀਂ ਚੁਣਾਵ ਵਾਲੀ ਹੁੰਦੀ। ਅਤੇ ਇਹ ਉਮਰ 'ਚ ਤਾਂ ਉਹਨਾਂ ਨੂੰ ਜਿਹੜਾ ਕਿਤੇ ਨਾ ਕਿਤੇ ਨੋਮੀਨੇਸ਼ਨ ਹੋ ਜਾਏ ਤਾਂ ਉਹ ਗੱਲ ਅਲੱਗ ਆ। ਇਸ ਤਰ੍ਹਾਂ ਦੇ ਕੰਮ 'ਚ ਨਹੀਂ ਸੀ। ਕੈਪਟਨ ਅਮਰਿੰਦਰ ਸਿੰਘ ਹੋਣਾ ਨਾਲ ਲੰਬੀ ਨਿਭਦੀ ਲੱਗਦੀ ਹੈ ਤੁਹਾਨੂੰ? ਮੈਨੂੰ ਨਹੀਂ ਪਤਾ ਨਿਭੇਗੀ ਜਾਂ ਨਹੀਂ ਨਿਭੇਗੀ, ਪਰ ਮੈਂ ਇਸ ਹੱਕ 'ਚ ਨਹੀਂ ਹੈਗਾ ਨਿੱਜੀ ਤੌਰ 'ਤੇ। ਪਾਰਟੀ ਕੀ ਸੋਚਦੀ ਹੈ ਤਾਂ ਹਾਈ ਕਮਾਂਡ ਨੇ ਕਰਨਾ ਹੁੰਦਾ, ਅਸੀਂ ਥੋੜ੍ਹਾ ਕਰਨਾ। ਜਿਹੜਾ ਗੱਠਜੋੜ ਕੈਪਟਨ ਹੋਣਾ ਨਾ ਹੋਇਆ, ਤੁਸੀਂ ਉਹਦੇ ਹੱਕ 'ਚ ਨਹੀਂ ਸੀ? ਨਹੀਂ ਨਹੀਂ, ਉਸ ਵੇਲੇ ਤਾਂ ਮਜਬੂਰੀ ਸੀ ਸਾਡੀ। ਪਰ ਹੁਣ ਅੱਗੇ ਅੱਗੇ ਕੈਪਟਨ ਦੀ ਪਾਰਟੀ ਨਹੀਂ ਬਚੀ। ਗੱਠਜੋੜ ਕਿਹਦੇ ਨਾਲ ਕਰਨਾ, ਕਰ ਲਓ। ਉਹ ਤਾਂ ਸਾਡੀਆਂ ਟਿਕਟਾਂ ਮੰਗਦੇ ਸੀ। ਉਹ ਕਹਿੰਦੇ ਸੀ ਅਸੀਂ ਤਾਂ ਕਮਲ ਦੇ ਨਿਸ਼ਾਨ 'ਤੇ ਲੜਾਂਗੇ, ਕੈਪਟਨ ਦੇ ਨਿਸ਼ਾਨ 'ਤੇ। ਉਹ ਖਿੱਦੋ ਖੁੰਡੀ 'ਤੇ ਨਹੀਂ ਸੀ ਲੜਦੇ। ਹਾਂ, ਉਹ ਤਾਂ ਕੈਪਟਨ ਸਾਹਿਬ ਨੂੰ ਦੇਤੀ ਵੀ ਤੁਸੀਂ ਖੇਡਿਆ ਕਰੋ ਇਕੱਲੇ। ਠੀਕ ਹੈ, ਤਾਂ ਇੱਕ ਦੋ ਛੋਟੇ ਛੋਟੇ ਹੋਰ ਸਵਾਲ ਨੇ ਮੇਰੇ ਕਿ ਬੀਜੇਪੀ ਦੀ ਸਟ੍ਰੈਟਜੀ ਕੀ ਰਹਿਣ ਵਾਲੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲਈ, ਔਰ ਕਿਸ ਤਰੀਕੇ ਨਾਲ ਬੀਜੇਪੀ ਕੰਮ ਕਰੂ? ਕਹਿੰਦੇ ਕਿ ਬੀਜੇਪੀ ਠੀਕ ਨਹੀਂ ਹੈ ਪੰਜਾਬ ਵਾਸਤੇ, ਇਹ ਗੱਲ ਚਰਚਾ ਚੱਲਦੀ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਸਾਡੇ ਸੀਐਮ ਸਾਹਿਬ ਗਏ ਔਰ ਦਿੱਤਾ ਕੁਝ ਨਹੀਂ, ਕਹਿੰਦੇ ਕਿ ਉਹਨਾਂ ਨੇ ਜਿੰਨਾ ਪੈਸਾ ਮੰਗਿਆ ਸੀ ਕਹਿੰਦੇ ਪੰਜਾਬ ਦੀ ਭਲਾਈ ਵਾਸਤੇ। ਕਿਸ ਗੱਲ ਦਾ ਦੇਣ, ਇਹ ਪੁੱਛੋ ਕਿਸ ਗੱਲ ਦਾ ਪੈਸਾ ਮੰਗਿਆ ਸੀ, ਕਿਸ ਗੱਲ ਦਾ? ਆਪਦੀ ਭਲਾਈ ਵਾਸਤੇ ਠੀਕ ਹੈ, ਸਪੋਰਟ ਕਰਨਾ ਚਾਹੀਦਾ। ਭਾਈ ਸਾਹਿਬ ਗੱਲ ਸੁਣੋ, ਬਾਕੀ ਸਟੇਟਾਂ ਵੀ ਹੈਗੀਆਂ ਨੇ, ਕਾਨੂੰਨ ਕੋਈ ਨਹੀਂ ਤੋੜ ਸਕਦਾ। ਕੋਈ ਪ੍ਰਧਾਨ ਮੰਤਰੀ ਹੋਵੇ, ਇੱਥੇ ਕਾਨੂੰਨ ਦਾ ਰਾਜ ਆ, ਲੋਕਤੰਤਰ ਹੈ ਇਹ। ਨਾ ਮੁੱਖ ਮੰਤਰੀ ਕੋਈ ਤੋੜ ਸਕਦਾ। ਜੇਲ੍ਹ ਵੀ ਹੁੰਦੀ ਹੈ। ਆ ਚੌਟਾਲਾ ਸਾਹਿਬ ਕੱਟ ਕੇ ਆਏ ਨਾ, ਇਹ ਵੀ ਤਾਂ ਮੁੱਖ ਮੰਤਰੀ ਸੀ, ਉਸੇ ਵਜ੍ਹਾ ਕਰਕੇ ਗਏ। ਦੇਖੋ ਕੇਂਦਰ ਦਾ ਜਿਹੜਾ ਪੈਸਾ, ਜਿਸ ਤਰ੍ਹਾਂ ਹੁਣ ਤੁਸੀਂ ਰੂਰਲ ਡਿਵੈਲਪਮੈਂਟ ਫੰਡ ਆ, ਉਹਦੇ 'ਚੋਂ 6000 ਕਰੋੜ ਤੁਸੀਂ ਡਾਈਵਰਟ ਕਰਕੇ ਕਿਸਾਨਾਂ ਨੂੰ ਕਰਜ਼ ਮਾਫੀ ਦਾ ਦਿੱਤਾ। ਠੀਕ ਹੈ, ਅਤੇ ਤੁਹਾਨੂੰ ਕਿਹਨੇ ਕਿਹਾ ਸੀ ਇਹ? ਅੱਜ ਪੰਜਾਬ ਸਰਕਾਰ ਨੂੰ ਰੂਰਲ ਡਿਵੈਲਪਮੈਂਟ ਫੰਡ ਮਿਲਣਾ ਨਹੀਂ, ਪਹਿਲਾਂ ਯੂਜ਼ਰ ਸਰਟੀਫਿਕੇਟ ਦੇਣਾ ਪੈਂਦਾ ਉਸ ਦਾ, ਤਾਂ ਕੇਂਦਰ ਦੇ ਫੰਡ ਮਿਲਦੇ ਆ।
ਕੋਈ ਨਹੀਂ ਦੇ ਸਕਦਾ ਨਹੀਂ ਤਾਂ। ਔਰ ਪਹਿਲਾਂ 30,000 ਕਰੋੜ ਦਾ ਸੀ, ਤੁਹਾਨੂੰ ਪਤਾ, ਤੇ ਉਹ ਕੀ ਕਰਨਾ ਪਿਆ ਸੀ ਬਾਦਲ ਸਾਹਿਬ ਨੂੰ? ਉਹਨਾਂ ਨੇ ਉਹਨੂੰ ਕਰਜ਼ੇ 'ਚ ਡਾਈਵਰਟ ਕਰਵਾ ਲਿਆ, ਡੈਟ ਦਿਖਾਤਾ, ਤਾਂ ਜਾ ਕੇ ਅੱਗੇ ਪੈਸਾ ਇਸ਼ੂ ਹੋਇਆ ਸੀ, ਨਹੀਂ ਤਾਂ ਇਹ MSP ਦੀ ਖਰੀਦ ਵੀ ਨਹੀਂ ਸੀ ਹੋਣੀ। ਤੇ ਇਸ ਕਰਕੇ ਇਹਦਾ ਵੀ ਕੁਛ ਨਾ ਕੁਛ ਇਹਨਾਂ ਨੂੰ ਸੋਚਣਾ ਚਾਹੀਦਾ। ਉਸ ਤੋਂ ਬਾਅਦ ਨਹੀਂ ਤਾਂ ਇਹ ਵੀ ਨਹੀਂ ਮਿਲਣਾ। ਔਰ ਦੂਸਰਾ ਜਿਹੜਾ ਉਹ ਪੈਸੇ ਮੰਗਦੇ ਆ, ਉਹ ਕਹਿੰਦੇ ਆ ਕਿ ਬਾਰਡਰ ਦੀ ਸਿਕਿਉਰਿਟੀ ਲਈ ਦਿਓ। अरे भाई, बॉर्डर स्टेट बंगाल नहीं है, बॉर्डर स्टेट राजस्थान नहीं है, बॉर्डर स्टेट गुजरात नहीं है, पंजाब कल्ला ही बॉर्डर स्टेट है। तो ये जिहड़ा हैगा ਇਹਦੀ देख रेख 50 किलोमीटर की ड्रोन्स की बाकी सारी सेंट्रल गौरमेंट करती है, उसका खर्चा वो बहन करती है। उस चीज़ का की पैसा दे देने इन्होंने, क्यों दे देन? केजरीवाल ਨੂੰ ਲਟਾਉਣ ਵਾਸਤੇ ਦੇ ਦੇਣ। ਹੁਣ ਪੰਜਾਬ ਦੀ ਐਡ ਤੁਹਾਨੂੰ ਪਤਾ, केरला पंजाब की ऐड हो रही है, और गुजरात च हो रही है, ਕਰਨਾਟਕ 'ਚ ਹੋ ਰਹੀ ਹੈ, ਤਾਮਿਲਨਾਡੂ 'ਚ ਹੋ ਰਹੀ ਹੈ। ਉੱਥੇ ਦੱਸੋ ਪੰਜਾਬ ਦੀ ਐਡ ਕਿਸ ਗੱਲ ਦੀ ਹੈ ਸਰਕਾਰ ਦੀ? ਮੈਨੂੰ ਦੱਸੋ, ਬੀਜੇਪੀ ਗਰੋ ਕਰੇਗੀ ਪੰਜਾਬ ਦੇ ਵਿੱਚ, ਲੱਗਦਾ ਤੁਹਾਨੂੰ? ਤੁਹਾਨੂੰ ਕੀ ਲੱਗਦਾ? ਤੁਸੀਂ ਦੱਸੋ, ਤੁਸੀਂ ਸਟ੍ਰੈਟੇਜੀ ਤੁਸੀਂ ਅਪਣਾਉਣੀ, ਮੈਨੂੰ ਨਹੀਂ ਕੁਝ ਵੀ ਲੱਗਦਾ। ਅਸੀਂ 8 ਸੀਟਾਂ ਲੋਕ ਸਭਾ ਦੀਆਂ ਘੱਟ ਤੋਂ ਘੱਟ ਜਿੱਤਾਂਗੇ ਪੰਜਾਬ 'ਚੋਂ। ਆਮ ਆਦਮੀ ਪਾਰਟੀ ਨੂੰ ਰੋਲ ਕੇ ਰੱਖ ਦਿਆਂਗੇ। ਕਿਉਂ? ਇਹਨਾਂ ਨੇ ਸਾਰੇ ਝੂਠ ਬੋਲੇ ਹੋਏ ਆ, ਗੱਦਾਰੀ ਕੀਤੀ ਹੈ ਪੰਜਾਬ ਦੇ ਲੋਕਾਂ ਨਾਲ। ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਹਟਾਉਣਾ। ਤੁਸੀਂ ਦੇਖੋ ਸਹੀ, ਅੱਧੇ MLA ਤਾਂ ਇਹਨਾਂ ਦੇ ਉਦੋਂ ਤੱਕ ਭੱਜਣ ਵਾਲੇ ਹੋ ਜਾਣੇ ਆ, ਠੀਕ ਹੈ। ਔਰ ਜਿਸ ਤਰ੍ਹਾਂ ਇਹ ਚੱਲ ਰਹੇ ਨੇ, केजरीवाल सब तो बड़ा झूठा कहता जी, पहले दिल्ली में हमने करप्शन ख़त्म किया, 20 दिन में भगवंत मान ने कर दी। झूठ तो झूठ बोली जाता है, झूठ पार्टी है, धोखा पार्टी है, आम आदमी पार्टी नहीं है। तो ये चलो दिल्ली च मेरे नाल चलो, थानू करप्शन दिखा देने दिल्ली सरकार की, तो पंजाब देख लो है। ये फोर्सेस ਨੂੰ ਡਿਮੋਰਲਾਈਜ਼ ਕਰਨ ਲੱਗੇ ਨੇ, ਇਹਨੂੰ ਸਸਪੈਂਡ ਕਰ ਦਿਓ, ਇਹਨੂੰ ਕਰ ਦਿਓ। ਇਹ ਕੋਈ ਗੱਲ ਆ? ਠੀਕ ਹੈ ਗਰੇਵਾਲ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸੋ ਹਰਜੀਤ ਸਿੰਘ ਗਰੇਵਾਲ ਇਹ ਗੱਲ ਕਹਿ ਰਹੇ ਨੇ ਕਿ ਰੋਲ ਕੇ ਰੱਖ ਦਿਆਂਗੇ ਆਮ ਆਦਮੀ ਪਾਰਟੀ ਨੂੰ, ਕਿਉਂਕਿ ਕਹਿੰਦੇ ਕਿ ਝੂਠ ਬਹੁਤ ਬੋਲ ਰਹੀ ਹੈ ਆਮ ਆਦਮੀ ਪਾਰਟੀ। ਇਹ ਗੱਲ ਕਹਿ ਰਹੇ ਨੇ ਹਰਜੀਤ ਸਿੰਘ ਗਰੇਵਾਲ, ਤੇ ਨਾਲ ਹੀ ਕਹਿ ਰਿਹਾ ਕਿ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਜੋ ਭਰੋਸੇ 'ਚ ਲਿਆ ਜਾਵੇਗਾ ਸਟੇਟਸ ਨੂੰ। ਪਰ ਕਿਸਾਨ ਆਗੂਆਂ 'ਤੇ ਵੀ ਇਹਨਾਂ ਨੇ ਇਲਜ਼ਾਮ ਲਾਏ ਕਿ ਕਿਸਾਨ ਆਗੂ ਤਾਂ MSP ਦੀ ਕਮੇਟੀ ਵਾਸਤੇ ਨਾ ਹੀ ਨਹੀਂ ਦੇ ਰਹੇ, ਨਾ ਹੀ ਨਹੀਂ ਭੇਜ ਰਹੇ, ਇੱਕ ਦੂਸਰੇ 'ਤੇ ਗੱਲ ਥੋਪ ਰਹੇ ਨੇ, ਤੇ ਨਾਲ ਹੀ ਹੁਣ ਸਰਕਾਰ 'ਤੇ ਗੱਲ ਸੁੱਟ ਦਿੱਤੀ ਹੈ। ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਬੀਜੇਪੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ 'ਚ ਗਰੋ ਕਰਦੀ ਨਜ਼ਰ ਆਏਗੀ। ਕੈਮਰਾ ਪਰਸਨ ਮਨਪ੍ਰੀਤ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ TV, ਚੰਡੀਗੜ੍ਹ।